ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਣੀ ਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ ਤੀਸਰੇ ਚੈਪਟਰ ਦੀ, ਜਿਸ ਦਾ ਨਾਮ ਹੈ ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤੇ। ਤਾਂ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਦੇ ਦੂਸਰੇ ਭਾਗ ਦੀ। ਇਸ ਤੋਂ ਪਹਿਲਾਂ ਆਪਾਂ ਪਹਿਲਾ ਭਾਗ ਕੀਤਾ ਸੀ ਜਿਸ ਵਿੱਚ ਆਪਾਂ 4 ਟੌਪਿਕ ਡਿਸਕਸ ਕੀਤੇ ਸੀ, ਜਿਹੜੇ ਕਿ ਪਹਿਲਾ ਟੌਪਿਕ ਸੀ ਗੁਣਜ, ਦੂਸਰਾ ਟੌਪਿਕ ਸੀ ਗੁਣਨਖੰਡ ਅਤੇ ਤੀਸਰਾ ਚੌਥਾ ਟੌਪਿਕ ਸੀ ਜਿਸਤ ਸੰਖਿਆਵਾਂ ਅਤੇ ਟਾਂਕ ਸੰਖਿਆਵਾਂ। ਤਾਂ ਇਸ ਭਾਗ ਦੇ ਵਿੱਚ ਅਸੀਂ 2 ਟੌਪਿਕਸ ਹੋਰ ਚੁਣੇ ਹਨ ਜਿਹੜੇ ਕਿ ਤੁਹਾਡੇ ਸਾਹਮਣੇ ਲਿਖੇ ਗਏ ਹਨ। ਪਹਿਲਾ ਟੌਪਿਕ ਹੈ ਭਾਜ ਸੰਖਿਆਵਾਂ ਅਤੇ ਦੂਸਰਾ ਟੌਪਿਕ ਹੈ ਅਭਾਜ ਸੰਖਿਆਵਾਂ। ਭਾਜ ਸੰਖਿਆਵਾਂ ਨੂੰ ਇੰਗਲਿਸ਼ ਦੇ ਵਿੱਚ ਕੰਪੋਜ਼ਿਟ ਨੰਬਰਸ ਕਿਹਾ ਜਾਂਦਾ ਹੈ ਤੇ ਅਭਾਜ ਸੰਖਿਆਵਾਂ ਨੂੰ ਕਿਹਾ ਜਾਂਦਾ ਹੈ ਪ੍ਰਾਈਮ ਨੰਬਰਸ। ਆਪਾਂ ਇਹਨਾਂ ਦੀ ਡੈਫੀਨੇਸ਼ਨ ਡਿਸਕਸ ਕਰੀਏ ਉਸ ਤੋਂ ਪਹਿਲਾਂ ਆਪਾਂ ਹਰੇਕ ਵੀਡੀਓ ਦੇ ਵਿੱਚ ਵੀ ਕਿਸੇ ਚੀਜ਼ ਨੂੰ ਸਮਝਣ ਲਈ ਆਪਾਂ ਕੁਝ ਉਦਾਹਰਨਾਂ ਦੀ ਮਦਦ ਲਈ ਹੈ, ਤਾਂ ਐਸੇ ਕੁਝ ਇਹਨਾਂ ਟੌਪਿਕਸ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਸਮਝਣ ਲਈ ਕੁਝ ਉਦਾਹਰਨਾਂ ਦੀ ਮਦਦ ਲਵਾਂਗੇ। ਦੇਖੋ ਆ ਗਿਣਤੀ ਤੁਸੀਂ ਦੇਖ ਰਹੇ ਹੋ 1 ਤੋਂ ਲੈ ਕੇ 10 ਤੱਕ ਦੀ ਗਿਣਤੀ ਦੇ ਵਿੱਚ ਆਪਾਂ ਭਾਜ ਸੰਖਿਆਵਾਂ ਤੇ ਅਭਾਜ ਸੰਖਿਆਵਾਂ ਲੱਭਣ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਤੁਹਾਨੂੰ ਇਹ ਗੱਲ ਆਪਣੇ ਆਪ ਹੀ ਕਲੀਅਰ ਹੋ ਜਾਊਗੀ ਕਿ ਭਾਜ ਸੰਖਿਆਵਾਂ ਤੇ ਅਭਾਜ ਸੰਖਿਆਵਾਂ ਕੀ ਹਨ। ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਪਹਿਲੇ ਚੈਪਟਰ ਦੇ ਵਿੱਚ ਕੁਝ ਗੱਲਾਂ ਸਿੱਖੀਆਂ ਸਨ, ਤਾਂ ਉਹਨਾਂ ਦੇ ਵਿੱਚੋਂ ਜਿਹੜੀ ਮੇਨ ਗੱਲ ਸੀ ਉਹ ਸੀ ਗੁਣਨਖੰਡ। ਗੁਣਨਖੰਡ ਕੀ ਹੁੰਦੇ ਹਨ? ਤਾਂ ਗੁਣਨਖੰਡ ਜਿਹੜੇ ਹੁੰਦੇ ਹਨ ਉਹ ਕਿਸੇ ਵੀ ਸੰਖਿਆ ਦਾ ਜਿਹੜਾ ਗੁਣਨਖੰਡ ਹੈ ਉਹ ਉਸ ਸੰਖਿਆ ਨੂੰ ਭਾਗ ਕਰਦਾ ਹੈ। ਤਾਂ ਆਪਾਂ ਇਸ ਚੀਜ਼ ਦਾ ਪ੍ਰਯੋਗ ਇੱਥੇ ਕਰਾਂਗੇ। ਤਾਂ ਦੇਖੋ ਪਹਿਲੀ ਸੰਖਿਆ ਹੈ 1, ਤਾਂ 1 ਦੇ ਆਪਾਂ ਗੁਣਨਖੰਡ ਲਿਖਣੇ ਹਨ। ਕਿਹੜੇ ਕਿਹੜੇ ਗੁਣਨਖੰਡ ਹਨ, ਉਹ ਕਿਹੜੀਆਂ ਸੰਖਿਆਵਾਂ ਹਨ ਜਿਹੜੀਆਂ 1 ਨੂੰ ਭਾਗ ਕਰਦੀਆਂ ਹਨ। ਤਾਂ ਤੁਸੀਂ ਜੇਕਰ ਧਿਆਨ ਨਾਲ ਦੇਖੋਗੇ ਤਾਂ 1 ਪਹਿਲੀ ਸੰਖਿਆ ਹੈ ਤੇ ਇਸ ਤੋਂ ਬਾਕੀ ਸਾਰੀਆਂ ਸੰਖਿਆਵਾਂ ਵੱਡੀਆਂ ਹਨ। ਤਾਂ 1 ਨੂੰ ਭਾਗ ਕਰਨ ਵਾਲੀ ਸੰਖਿਆ ਕੀ ਹੋਊਗੀ? ਖੁਦ 1 ਆਪ ਹੀ ਹੋਊਗੀ। ਇਸ ਤੋਂ ਇਲਾਵਾ ਹੋਰ ਕੋਈ ਵੀ ਸੰਖਿਆ ਤੁਹਾਨੂੰ ਨਹੀਂ ਮਿਲੂਗੀ ਜਿਹੜੀ 1 ਨੂੰ ਭਾਗ ਕਰੂਗੀ। ਤਾਂ 1 ਦਾ ਜਿਹੜਾ ਗੁਣਨਖੰਡ ਹੈ ਉਹ 1 ਖੁਦ ਹੈ। ਤੇ 2 ਦੀ ਗੱਲ ਕਰੀਏ ਆਪਾਂ ਤਾਂ 2 ਨੂੰ ਭਾਗ ਕਰਨ ਵਾਲੀਆਂ ਸੰਖਿਆਵਾਂ ਕਿਹੜੀਆਂ ਕਿਹੜੀਆਂ ਹਨ? ਦੇਖੋ 1 ਤਾਂ ਸਾਰੀਆਂ ਸੰਖਿਆਵਾਂ ਨੂੰ ਹੀ ਭਾਗ ਕਰਦਾ ਹੈ, ਇਸ ਲਈ 1 ਜਿਹੜਾ ਹੈ ਉਹ ਸਾਰੀਆਂ ਸੰਖਿਆਵਾਂ ਦਾ ਹੀ ਗੁਣਨਖੰਡ ਹੋਏਗਾ। ਉਸ ਤੋਂ ਇਲਾਵਾ ਸੰਖਿਆ ਆਪਦਾ ਗੁਣਨਖੰਡ ਹੁੰਦੀ ਹੈ। ਤਾਂ 2 ਨੂੰ ਦੂਸਰੀ ਸੰਖਿਆ ਜਿਹੜੀ ਭਾਗ ਕਰਨ ਵਾਲੀ ਹੈ ਉਹ ਕਿਹੜੀ ਹੋਊਗੀ? ਖੁਦ 2 ਆਪ। ਇਹਨਾਂ 2 ਸੰਖਿਆਵਾਂ ਤੋਂ ਇਲਾਵਾ ਹੋਰ 2 ਨੂੰ ਕੋਈ ਵੀ ਸੰਖਿਆ ਭਾਗ ਨਹੀਂ ਕਰੇਗੀ। ਤਾਂ ਆਪਾਂ ਜਲਦੀ ਨਾਲ ਇਹਨਾਂ ਦੇ ਗੁਣਨਖੰਡ ਲਿਖਦੇ ਹਾਂ ਜਿਨ੍ਹਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਦੇਖੋ 1, ਉਸ ਤੋਂ ਬਾਅਦ 3। ਦੇਖੋ 3 ਦੇ ਗੁਣਨਖੰਡ ਕੀ ਹੋਣਗੇ? 3 ਨੂੰ 1 ਭਾਗ ਕਰੂਗਾ, ਉਸ ਤੋਂ ਬਾਅਦ 3 ਆਪ ਭਾਗ ਕਰੂਗਾ। ਉਸ ਤੋਂ ਬਾਅਦ 4 ਦੇ ਗੁਣਨਖੰਡ ਦੇਖੋ 4 ਨੂੰ 1 ਭਾਗ ਕਰੂਗਾ, 2 ਵੀ ਭਾਗ ਕਰੂਗਾ ਕਿਉਂਕਿ 2 ਦੇ ਪਹਾੜੇ ਤੇ 4 ਆਉਂਦਾ ਹੈ। ਉਸ ਤੋਂ ਬਾਅਦ 4 ਵੀ ਇਸ ਨੂੰ ਭਾਗ ਕਰੂਗਾ, 4 ਖੁਦ ਨੂੰ ਆਪ ਭਾਗ ਕਰ ਲੂਗਾ। ਉਸ ਤੋਂ ਬਾਅਦ 5 ਦੀ ਗੱਲ ਕਰੀਏ ਤਾਂ 5 ਨੂੰ 1 ਅਤੇ 5 ਖੁਦ ਭਾਗ ਕਰਦਾ ਹੈ। ਤਾਂ ਉਸ ਤੋਂ ਬਾਅਦ 6 ਦੇਖੋ 6 ਨੂੰ 1 ਵੀ ਭਾਗ ਕਰਦਾ ਹੈ, 2 ਵੀ ਭਾਗ ਕਰਦਾ ਹੈ, 3 ਵੀ ਭਾਗ ਕਰਦਾ ਹੈ। ਉਸ ਤੋਂ ਬਾਅਦ 6 ਨੂੰ ਖੁਦ ਆਪ ਭਾਗ ਕਰ ਸਕਦਾ ਹੈ। ਉਸ ਤੋਂ ਬਾਅਦ 7 ਦੀ ਗੱਲ ਕਰੀਏ ਤਾਂ 7 ਨੂੰ 1 ਭਾਗ ਕਰੇਗਾ ਤੇ 7 ਭਾਗ ਕਰੇਗਾ। ਇਸ ਤੋਂ ਇਲਾਵਾ ਹੋਰ ਕੋਈ ਵੀ ਸੰਖਿਆ 7 ਨੂੰ ਭਾਗ ਨਹੀਂ ਕਰੇਗੀ। ਉਸ ਤੋਂ ਬਾਅਦ 8 ਨੂੰ ਦੇਖੋ 8 ਨੂੰ 1 ਭਾਗ ਕਰੇਗਾ, 8 2 ਦੇ ਪਹਾੜੇ ਤੇ ਵੀ ਆਉਂਦਾ ਇਸ ਲਈ 2 ਵੀ ਭਾਗ ਕਰੇਗਾ 8 ਨੂੰ। ਉਸ ਤੋਂ ਬਾਅਦ 4 ਭਾਗ ਕਰੇਗਾ ਤੇ 4 ਤੋਂ ਬਾਅਦ 8 ਨੂੰ ਕੌਣ ਭਾਗ ਕਰੇਗਾ? 8 ਖੁਦ ਕਰੇਗਾ। ਉਸ ਤੋਂ ਬਾਅਦ 9 ਦੀ ਗੱਲ ਕਰੀਏ ਤਾਂ 9 ਨੂੰ 1 ਭਾਗ ਕਰੇਗਾ, 3 ਭਾਗ ਕਰੇਗਾ ਤੇ ਉਸ ਤੋਂ ਬਾਅਦ 9 ਖੁਦ ਭਾਗ ਕਰੇਗਾ। ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਸੰਖਿਆ 9 ਨੂੰ ਭਾਗ ਨਹੀਂ ਕਰੇਗੀ। 10 ਦੀ ਗੱਲ ਕਰੀਏ ਤਾਂ 10 ਨੂੰ 1 ਭਾਗ ਕਰੇਗਾ, 2 ਭਾਗ ਕਰੇਗਾ, 2 ਤੋਂ ਬਾਅਦ ਜਿਹੜਾ ਅਗਲੀ ਸੰਖਿਆ ਹੈ ਉਹ 5 ਹੈ ਜਿਹੜੀ 10 ਨੂੰ ਭਾਗ ਕਰੇਗੀ ਤੇ 5 ਤੋਂ ਜਿਹੜੀ ਅਗਲੀ ਸੰਖਿਆ ਹੈ ਉਹ 10 ਖੁਦ ਆਪ ਹੈ ਜਿਹੜੀ 10 ਨੂੰ ਭਾਗ ਕਰੇਗੀ। ਤਾਂ ਇਹ ਸੀ ਸੰਖਿਆਵਾਂ ਤੇ ਇਧਰਲੇ ਪਾਸੇ ਆਪਾਂ ਇਹਨਾਂ ਦੇ ਕੀ ਲਿਖਤੇ? ਗੁਣਨਖੰਡ ਲਿਖਤੇ। ਤਾਂ ਜਦੋਂ ਸੰਖਿਆਵਾਂ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਜਿਹੜੀ ਆ ਸੰਖਿਆ 2 ਹੈ ਤੇ ਸੰਖਿਆ 3 ਹੈ ਤੇ ਸੰਖਿਆ ਉਸ ਤੋਂ ਬਾਅਦ 5 ਹੈ ਤੇ ਉਸ ਤੋਂ ਬਾਅਦ ਸੰਖਿਆ 7 ਹੈ। ਆ 4 ਸੰਖਿਆਵਾਂ ਨੂੰ ਤੁਸੀਂ ਧਿਆਨ ਨਾਲ ਦੇਖੋ ਤਾਂ ਇਹ ਚਾਰੇ ਸੰਖਿਆਵਾਂ ਦੇ ਗੁਣਨਖੰਡਾਂ ਦੀ ਗਿਣਤੀ ਕਿੰਨੀ ਹੈ? ਤਾਂ 2 ਦੇ ਵਿੱਚ ਦੇਖੋ ਕਿੰਨੇ ਗੁਣਨਖੰਡ ਹਨ? 2। 3 ਦੇ ਵੀ ਕਿੰਨੇ ਗੁਣਨਖੰਡ ਹਨ? 2। 5 ਦੇ ਵੀ ਕਿੰਨੇ ਗੁਣਨਖੰਡ ਹਨ? 2। ਤੇ 7 ਦੇ ਵੀ ਕਿੰਨੇ ਗੁਣਨਖੰਡ ਹਨ? 2। ਤਾਂ 1 ਤੋਂ ਲੈ ਕੇ 10 ਤੱਕ ਦੀਆਂ ਸੰਖਿਆਵਾਂ ਦੇ ਵਿੱਚ 4 ਇਹੋ ਜਿਹੀਆਂ ਸੰਖਿਆਵਾਂ ਹਨ ਜਿਨ੍ਹਾਂ ਦੇ ਗੁਣਨਖੰਡਾਂ ਦੀ ਗਿਣਤੀ 2 ਹੈ। ਤਾਂ ਆਹੀ ਆਪਾਂ ਕਰਨ ਦੀ ਅੱਜ ਕੋਸ਼ਿਸ਼ ਕਰ ਰਹੇ ਹਾਂ। ਤਾਂ ਜਿਹੜੀਆਂ ਵੀ ਸੰਖਿਆਵਾਂ ਦੇ 2 ਗੁਣਨਖੰਡ ਹੋਣ, ਕੇਵਲ 2 ਗੁਣਨਖੰਡ ਹੋਣ, ਉਹਨਾਂ ਸੰਖਿਆਵਾਂ ਨੂੰ ਅਭਾਜ ਸੰਖਿਆਵਾਂ ਆਖਿਆ ਜਾਂਦਾ ਹੈ, ਪ੍ਰਾਈਮ ਨੰਬਰਸ ਕਿਹਾ ਜਾਂਦਾ ਹੈ। ਤਾਂ 1 ਤੋਂ ਲੈ ਕੇ 10 ਤੱਕ ਦੀਆਂ ਜਿਹੜੀਆਂ 10 ਦੇ ਵਿਚਕਾਰ ਜਿਹੜੀਆਂ ਅਭਾਜ ਸੰਖਿਆਵਾਂ ਹਨ ਉਹ ਕਿਹੜੀਆਂ ਕਿਹੜੀਆਂ ਹਨ? 2, 3, ਉਸ ਤੋਂ ਬਾਅਦ ਕਿਹੜੀ ਹੈ? 5 ਤੇ 7। ਤਾਂ ਕੁੱਲ ਜਿਹੜੀਆਂ ਹਨ ਉਹ
4 ਅਭਾਜ ਸੰਖਿਆਵਾਂ ਹਨ 1 ਤੋਂ ਲੈ ਕੇ 10 ਤੱਕ ਦੀ ਗਿਣਤੀ ਦੇ ਵਿੱਚ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਭਾਜ ਸੰਖਿਆਵਾਂ ਦੀ, ਤਾਂ ਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਹਨ? ਤਾਂ ਦੇਖੋ 1 ਤੋਂ ਲੈ ਕੇ 10 ਤੱਕ ਦੀ ਗਿਣਤੀ ਦੇ ਵਿੱਚ ਜਿਹੜੀਆਂ ਬਾਕੀ ਸਾਰੀਆਂ ਸੰਖਿਆਵਾਂ ਹਨ, 1 ਨੂੰ ਛੱਡ ਕੇ, 1 ਨੂੰ ਤੁਸੀਂ ਵਿੱਚ ਨਹੀਂ ਲੈਣਾ, 1 ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਸੰਖਿਆਵਾਂ ਹਨ ਉਹ ਕਿਹੜੀਆਂ ਸੰਖਿਆਵਾਂ ਹਨ? ਭਾਜ ਸੰਖਿਆਵਾਂ ਹਨ। ਤਾਂ ਭਾਜ ਸੰਖਿਆਵਾਂ ਦੇ ਬਾਰੇ ਆਪਾਂ ਕਹਿ ਦਈਏ ਤਾਂ ਉਹਨੂੰ ਆਪਾਂ ਕੀ ਕਹਾਂਗੇ? ਦੇਖੋ ਅਜਿਹੀਆਂ ਸੰਖਿਆਵਾਂ ਜਿਨ੍ਹਾਂ ਦੇ ਗੁਣਨਖੰਡ 2 ਤੋਂ ਵੱਧ ਹੋਣ, 2 ਤੋਂ ਵੱਧ ਗੁਣਨਖੰਡ ਵਾਲੀਆਂ ਜਿਹੜੀਆਂ ਵੀ ਸੰਖਿਆਵਾਂ ਹੋਣਗੀਆਂ ਉਹ ਸਾਰੀਆਂ ਭਾਜ ਸੰਖਿਆਵਾਂ ਹੋਣਗੀਆਂ। ਤਾਂ ਤੁਸੀਂ ਚੈੱਕ ਕਰ ਸਕਦੇ ਹੋ, ਦੇਖੋ 4 ਦੇ ਕਿੰਨੇ ਗੁਣਨਖੰਡ ਹਨ? 3। ਉਸ ਤੋਂ ਬਾਅਦ 6 ਦੇ ਕਿੰਨੇ ਗੁਣਨਖੰਡ ਹਨ? 1 2 3 4। ਉਸੇ ਤਰ੍ਹਾਂ 8 ਦੇ ਗੁਣਨਖੰਡਾਂ ਦੀ ਗਿਣਤੀ ਵੀ 2 ਤੋਂ ਜ਼ਿਆਦਾ ਹੈ, 9 ਦੇ ਗੁਣਨਖੰਡਾਂ ਦੀ ਗਿਣਤੀ ਵੀ 2 ਤੋਂ ਜ਼ਿਆਦਾ ਹੈ ਤੇ 10 ਦੇ ਗੁਣਨਖੰਡਾਂ ਦੀ ਗਿਣਤੀ ਵੀ ਜ਼ਿਆਦਾ ਹੈ। ਤਾਂ ਜਿਸ ਸੰਖਿਆ ਦੇ 2 ਤੋਂ ਵੱਧ ਗੁਣਨਖੰਡ ਹੋਣ ਅਸੀਂ ਉਸ ਨੂੰ ਭਾਜ ਸੰਖਿਆਵਾਂ ਦੀ ਕੈਟਾਗਰੀ ਵਿੱਚ ਲੈਂਦੇ ਹਾਂ। ਤਾਂ ਭਾਜ ਸੰਖਿਆਵਾਂ 1 ਤੋਂ 10 ਤੱਕ ਦੀਆਂ ਕਿਹੜੀਆਂ ਹੋ ਗਈਆਂ? ਪਹਿਲੀ ਭਾਜ ਸੰਖਿਆ ਕਿਹੜੀ ਹੈ? 4, ਫਿਰ ਉਸ ਤੋਂ ਬਾਅਦ 6, ਫਿਰ ਉਸ ਤੋਂ ਬਾਅਦ 8, ਫਿਰ ਉਸ ਤੋਂ ਬਾਅਦ 9, ਫਿਰ ਉਸ ਤੋਂ ਬਾਅਦ 10। ਤਾਂ 1 2 3 4 5 ਇਹ ਕੁੱਲ 5 ਸੰਖਿਆਵਾਂ ਹਨ ਜਿਹੜੀਆਂ ਭਾਜ ਹਨ। ਜਿਹੜੀਆਂ ਕੀ ਹਨ? ਭਾਜ ਹਨ। 5 ਤੇ 4 ਸੰਖਿਆਵਾਂ ਕਿੰਨੀਆਂ ਹੋ ਗਈਆਂ? 9। ਪਰ ਆਪਾਂ ਇੱਥੇ ਦੇਖੋ 10 ਸੰਖਿਆਵਾਂ ਲਈਆਂ ਸੀ ਤਾਂ ਇੱਕ ਸੰਖਿਆ ਕਿਹੜੀ ਰਹਿ ਗਈ? 1 ਨੂੰ ਆਪਾਂ ਛੱਡਤਾ ਸੀ। 1 ਨੂੰ ਕਿਉਂ ਛੱਡਿਆ ਆਪਾਂ? ਕਿਉਂਕਿ ਤੁਸੀਂ ਧਿਆਨ ਨਾਲ ਦੇਖੋ ਅਭਾਜ ਸੰਖਿਆ ਹੋਣ ਲਈ 2 ਗੁਣਨਖੰਡਾਂ ਦੀ ਲੋੜ ਹੈ ਤੇ ਭਾਜ ਸੰਖਿਆ ਹੋਣ ਲਈ 2 ਤੋਂ ਵੱਧ ਗੁਣਨਖੰਡਾਂ ਦੀ ਲੋੜ ਹੈ। ਤਾਂ ਜਿਹੜਾ 1 ਹੈ ਉਹ ਇਹਨਾਂ ਦੋਵਾਂ ਦੇ ਵਿੱਚੋਂ ਕਿਸੇ ਦੀ ਵੀ ਸ਼ਰਤ ਨੂੰ ਪੂਰਾ ਨਹੀਂ ਕਰਦਾ। ਤਾਂ ਇਸ ਲਈ ਜਿਹੜਾ 1 ਹੈ ਉਹ ਆਪਦੇ ਆਪ 'ਚ ਇੱਕ ਅਲੱਗ ਸੰਖਿਆ ਹੈ। ਤਾਂ 1 ਨੂੰ ਜਿਹੜਾ ਹੈ ਉਹ ਯੂਨੀਕ ਨੰਬਰ ਕਿਹਾ ਜਾਂਦਾ ਹੈ। ਯੂਨੀਕ ਨੰਬਰ, ਤਾਂ ਇੰਗਲਿਸ਼ ਦੇ ਵਿੱਚ ਯੂਨੀਕ ਨੰਬਰ ਕਹਿੰਦੇ ਇਹਨੂੰ, ਯੂਨੀਕ ਨੰਬਰ ਹੈ। ਤੇ ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਵਿਲੱਖਣ ਅੰਕ ਆਖਦੇ ਹਾਂ। ਤਾਂ ਆਪਾਂ ਨੂੰ ਪੇਪਰਾਂ ਦੇ ਵਿੱਚ ਵੀ ਇਹ ਆ ਜਾਂਦਾ ਹੈ ਕਿ ਦੱਸੋ ਕਿ 1 ਕੀ ਹੈ? 1 ਕਿਹੋ ਜਿਹੀ ਸੰਖਿਆ ਹੈ ਜਾਂ 1 ਕਿਹੜੀ ਸੰਖਿਆ ਹੈ? ਤਾਂ ਤੁਹਾਡਾ ਜਵਾਬ ਕੀ ਹੋਏਗਾ? 1 ਨਾ ਤਾਂ ਭਾਜ ਅਤੇ ਨਾ ਅਭਾਜ। ਤਾਂ ਇੱਕ ਅਜਿਹੀ ਸੰਖਿਆ ਹੈ ਜਿਹੜੀ ਨਾ ਤਾਂ ਭਾਜ ਹੈ ਤੇ ਨਾ ਹੀ ਅਭਾਜ ਹੈ। ਇਹ ਇੱਕ ਯੂਨੀਕ ਨੰਬਰ ਹੈ, ਇਹ ਇੱਕ ਵਿਲੱਖਣ ਅਦਵਿੱਤਯ ਅੰਕ ਹੈ। ਠੀਕ ਹੈ ਜੀ। ਤਾਂ ਇਹ ਸੀ 1 ਤੋਂ 10 ਤੱਕ ਦੀਆਂ ਭਾਜ ਅਤੇ ਅਭਾਜ ਸੰਖਿਆਵਾਂ। ਇਸ ਤੋਂ ਬਾਅਦ ਆਪਾਂ 1 ਤੋਂ ਲੈ ਕੇ 100 ਤੱਕ ਦੀਆਂ ਭਾਜ ਅਤੇ ਅਭਾਜ ਸੰਖਿਆਵਾਂ ਵੀ ਪਤਾ ਕਰ ਸਕਦੇ ਹਾਂ, ਉਹ ਅੱਗੇ ਦੇਖਦੇ ਹਾਂ। 1 ਤੋਂ ਲੈ ਕੇ 10 ਤੱਕ ਦੀਆਂ ਅਭਾਜ ਸੰਖਿਆਵਾਂ ਜੇਕਰ ਮੈਂ ਕਹਾਂ ਤਾਂ ਉਹ ਕਿਹੜੀਆਂ-ਕਿਹੜੀਆਂ ਹੋਣਗੀਆਂ, ਆਪਾਂ ਉਹਨਾਂ ਤੇ ਗੋਲਾ ਲਗਾਉਂਦੇ ਹਾਂ। ਦੇਖੋ ਤਾਂ ਪਹਿਲੀ ਜਿਹੜੀ ਅਭਾਜ ਸੰਖਿਆ ਸੀ ਉਹ ਕਿਹੜੀ ਸੀ? 2 ਸੀ। ਉਸ ਤੋਂ ਬਾਅਦ ਆਪਾਂ ਦੇਖੀ ਸੀ ਵੀ ਉਹ 3 ਸੀ। ਫਿਰ ਉਸ 3 ਤੋਂ ਬਾਅਦ ਕਿਹੜੀ ਸੀ ਅਭਾਜ ਸੰਖਿਆ? ਉਹ 5 ਸੀ ਤੇ ਉਸ ਤੋਂ ਬਾਅਦ ਸੀ 7। ਤਾਂ ਆ ਕੁੱਲ ਜਿਹੜੀਆਂ ਹਨ ਉਹ 4 ਅਭਾਜ ਸੰਖਿਆਵਾਂ ਸਨ ਆਪਣੇ ਕੋਲੇ 1 ਤੋਂ ਲੈ ਕੇ 10 ਤੱਕ ਦੀ ਗਿਣਤੀ ਦੇ ਵਿੱਚ। ਤਾਂ ਹੁਣ ਆਪਾਂ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਦੇ ਵਿੱਚ ਆਪਾਂ ਅਭਾਜ ਸੰਖਿਆਵਾਂ ਦੀ ਜਿਹੜੀ ਹੈ ਸੰਖਿਆ ਹੈ ਉਹ ਦੱਸਣੀ ਹੈ ਕਿ ਕਿੰਨੀ ਹੋਊਗੀ। ਤਾਂ ਦੇਖੋ ਅਭਾਜ ਸੰਖਿਆਵਾਂ ਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਦੇ 2 ਗੁਣਨਖੰਡ ਹੁੰਦੇ ਹਨ। ਇੱਕ ਤਾਂ ਹਰੇਕ ਅਭਾਜ ਸੰਖਿਆ ਦਾ ਗੁਣਨਖੰਡ ਹੋਊਗਾ 1, ਹਰੇਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਤਾਂ ਉਹ ਅਭਾਜ ਸੰਖਿਆ ਦਾ ਵੀ ਕੀ ਹੋਊਗਾ? ਗੁਣਨਖੰਡ ਹੋਊਗਾ। ਤੇ ਇੱਕ ਉਹ ਸੰਖਿਆ ਆਪ ਹੀ ਆਪਣਾ ਗੁਣਨਖੰਡ ਹੁੰਦੀ ਹੈ। ਤਾਂ ਜਿਸ ਸੰਖਿਆ ਦੇ 2 ਗੁਣਨਖੰਡ ਹੋਣ ਉਹ ਅਭਾਜ ਸੰਖਿਆਵਾਂ ਅਖਾਉਂਦੀਆਂ ਹਨ। ਤਾਂ ਹੁਣ ਇਹਦੇ ਵਿੱਚੋਂ ਦੇਖੋ ਕਿਵੇਂ ਛਾਂਟਾਂਗੇ, ਕੀ ਪ੍ਰੋਸੀਜਰ ਹੈ, ਕੀ ਇਸਦਾ ਮੈਥਡ ਹੈ, ਕੀ ਤਰੀਕਾ ਹੈ। ਤਾਂ ਦੇਖੋ ਕੋਈ ਵੀ ਅਭਾਜ ਸੰਖਿਆ ਜਿਹੜੀ ਹੈ ਉਹ ਜਿਸਤ ਨਹੀਂ ਹੋ ਸਕਦੀ, ਕਿਉਂਕਿ ਕੋਈ ਵੀ ਹਰੇਕ ਜਿਸਤ ਸੰਖਿਆ ਜਿਹੜੀ ਹੈ ਉਹ ਕਿਸੇ ਨਾ ਕਿਸੇ ਹੋਰ ਪਹਾੜੇ ਤੇ ਭਾਗ ਹੋ ਜਾਂਦੀ ਹੈ। ਸਿਰਫ 2 ਨੂੰ ਛੱਡ ਕੇ ਬਾਕੀ ਸਾਰੀਆਂ ਜਿਸਤ ਸੰਖਿਆਵਾਂ ਜਿਹੜੀਆਂ ਹਨ ਉਹ ਭਾਜ ਹਨ, ਉਹ ਅਭਾਜ ਨਹੀਂ ਹੋਣਗੀਆਂ। ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਸਾਰੀਆਂ ਸੰਖਿਆਵਾਂ ਦੇ ਵਿੱਚੋਂ ਜਿਸਤ ਸੰਖਿਆ ਤੇ ਕ੍ਰੋਸ ਲਾ ਦਾਂਗੇ ਵੀ ਜਿੰਨੀਆਂ ਵੀ ਜਿਸਤ ਸੰਖਿਆਵਾਂ ਹਨ ਉਹ ਸਾਰੀਆਂ ਕੀ ਹਨ? ਭਾਜ ਹਨ। ਤਾਂ ਉਹਨਾਂ ਨੂੰ ਅਸੀਂ ਕ੍ਰੋਸ ਕਰ ਦਾਂਗੇ ਤਾਂ ਕਿ ਬਾਕੀ ਸੰਖਿਆਵਾਂ ਦੇ ਵਿੱਚੋਂ ਫਿਰ ਆਪਾਂ ਅਭਾਜ ਸੰਖਿਆਵਾਂ ਭਾਲ ਸਕੀਏ। ਦੇਖੋ ਆਪਾਂ ਪਹਿਲਾਂ ਇੱਥੋਂ ਹੀ ਲੱਗਦੇ ਹਾਂ, ਆ 2 ਨੂੰ ਛੱਡ ਦੇਣਾ ਹੈ ਕਿਉਂਕਿ 2 ਅਭਾਜ ਸੰਖਿਆ ਹੈ ਪਹਿਲਾਂ ਹੀ। ਤਾਂ 2 ਦੇ ਪਹਾੜੇ ਤੇ ਜਿਹੜੀਆਂ ਵੀ ਸੰਖਿਆਵਾਂ ਆਉਣਗੀਆਂ, ਜਿਸ ਸੰਖਿਆਵਾਂ ਆਉਂਦੀਆਂ ਹਨ ਉਹ ਸਾਰੇ ਦੀਆਂ ਸਾਰੀਆਂ ਹੀ ਕੀ ਹੋਣਗੀਆਂ? ਭਾਜ ਹੋਣਗੀਆਂ। ਤਾਂ ਆਪਾਂ ਆ ਸਾਰੀਆਂ ਸੰਖਿਆਵਾਂ ਤੇ ਨਿਗਾਹ ਮਾਰੀਏ, 12 22 32 ਇਹ ਸਾਰੀਆਂ ਜਿਸਤ ਸੰਖਿਆਵਾਂ ਹਨ। ਤਾਂ ਜਿਹੜੀ ਵੀ ਜਿਸਤ ਸੰਖਿਆ ਹੋਊਗੀ
ਉਹ ਭਾਜ ਹੋਊਗੀ, ਅਭਾਜ ਨਹੀਂ ਹੋਊਗੀ। ਤਾਂ ਇਹ ਜਿਹੜੀ ਹੈ ਉਹ ਭਾਜ ਹਨ ਜਿਨ੍ਹਾਂ ਤੇ ਆਪਾਂ ਕ੍ਰੋਸ ਲਗਾ ਦਿੰਨੇ ਆ। ਤਾਂ ਜਿੰਨੀਆਂ ਵੀ ਜਿਸਤ ਸੰਖਿਆਵਾਂ ਹਨ ਆਪਾਂ ਉਹਨਾਂ ਤੇ ਕ੍ਰੋਸ ਲਗਾਵਾਂਗੇ। ਉਸ ਤੋਂ ਬਾਅਦ 2 ਤੋਂ ਬਾਅਦ ਦੇਖੋ ਜਿਹੜੇ 4 ਦੇ ਥੱਲੇ ਜਿੰਨੀਆਂ ਵੀ ਸੰਖਿਆਵਾਂ ਤੁਸੀਂ ਦੇਖ ਰਹੇ ਹੋ ਤੇ 4 ਨੂੰ ਵੀ ਤੁਸੀਂ ਦੇਖ ਰਹੇ ਹੋ ਉਹ ਵੀ ਭਾਜ ਹੈ। ਤਾਂ ਆਪਾਂ 4 ਨੂੰ ਵੀ ਕ੍ਰੋਸ ਕਰਾਂਗੇ, 14 ਨੂੰ ਵੀ, 24 ਨੂੰ ਵੀ, 34 ਨੂੰ ਵੀ, 44, 54, 64, 74, 84 ਤੇ 94 ਇਹ ਸਾਰੀਆਂ ਜਿਸਤ ਸੰਖਿਆਵਾਂ ਹਨ, ਇਹ ਭਾਜ ਹੋਣਗੀਆਂ। ਉਸ ਤੋਂ ਬਾਅਦ 6 ਵਾਲੀ ਲਾਈਨ ਦੇਖੋ, 6 ਕਿਹੜੀ ਹੈ? ਭਾਜ ਸੰਖਿਆ ਹੈ। ਫਿਰ 16, 26, 36, 46, 56, 66, 74, 86 ਤੇ 96 ਇਹ ਸਾਰੀਆਂ ਭਾਜ ਸੰਖਿਆਵਾਂ ਹਨ। ਉਸ ਤੋਂ ਬਾਅਦ 8 ਵਾਲੀ ਜੇ ਲਾਈਨ ਦੇਖੀਏ ਤਾਂ ਇਹ ਵੀ ਜਿਸਤ ਸੰਖਿਆਵਾਂ ਦੀ ਲਾਈਨ ਹੈ। ਤਾਂ ਜਿਸਤ ਸੰਖਿਆਵਾਂ ਆਪਾਂ ਕੱਟ ਦਿਆਂਗੇ ਕਿਉਂਕਿ ਇਹ ਭਾਜ ਹੁੰਦੀਆਂ ਹਨ। ਤਾਂ ਉਸ ਤੋਂ ਬਾਅਦ ਆਹ ਲਾਈਨ ਵੀ ਦੇਖੋ, 10, 20, 30, 40, 50, 60, 70, 80, 90 ਤੇ 100 ਇਹ ਵੀ ਕੀ ਹਨ? ਜਿਸਤ ਸੰਖਿਆਵਾਂ ਹਨ। ਤਾਂ ਸਾਰੀਆਂ ਜਿਸਤ ਸੰਖਿਆਵਾਂ ਅਸੀਂ ਹੁਣ ਕੱਟ ਚੁੱਕੇ ਹਾਂ। ਉਸ ਤੋਂ ਬਾਅਦ ਜਿਹੜੀਆਂ ਬਚੀਆਂ ਉਹ ਸਾਰੀਆਂ ਸੰਖਿਆਵਾਂ ਟਾਂਕ ਸੰਖਿਆਵਾਂ ਹਨ। ਠੀਕ ਹੈ ਜੀ। ਤਾਂ ਟਾਂਕ ਸੰਖਿਆਵਾਂ ਦੇ ਵਿੱਚ ਵੀ ਭਾਜ ਅਤੇ ਅਭਾਜ ਸੰਖਿਆਵਾਂ ਸ਼ਾਮਲ ਹੁੰਦੀਆਂ ਹਨ। ਤਾਂ ਟਾਂਕ ਸੰਖਿਆਵਾਂ ਦੇ ਵਿੱਚੋਂ ਵੀ ਆਪਾਂ ਉਹਨਾਂ ਸੰਖਿਆਵਾਂ ਨੂੰ ਬਾਹਰ ਕੱਢਾਂਗੇ ਜਿਹੜੀਆਂ ਭਾਜ ਹਨ। ਤਾਂ ਦੇਖੋ ਉਹ ਕਿਵੇਂ ਪਤਾ ਲੱਗੇਗਾ? ਜਿਸਤ ਸੰਖਿਆਵਾਂ ਤਾਂ ਆਪਾਂ ਕੱਢਤੀਆਂ ਕਿਉਂਕਿ ਇਹ 2 ਦੇ ਪਹਾੜੇ ਤੇ ਆਉਂਦੀਆਂ ਹਨ ਤੇ ਜਿਹੜੀ ਵੀ 2 ਦੇ ਪਹਾੜੇ ਤੇ ਆਊਗੀ ਉਹ ਜਿਸਤ ਸੰਖਿਆ ਹੋਊਗੀ। ਉਸ ਤੋਂ ਬਾਅਦ ਆਪਾਂ 3 ਦੀ ਗੱਲ ਕਰੀਏ ਤਾਂ 3 ਦੇ ਪਹਾੜੇ ਤੇ ਆਉਣ ਵਾਲੀਆਂ ਸਾਰੀਆਂ ਸੰਖਿਆਵਾਂ ਯਾਨੀ ਕਿ 3 ਦੇ ਜਿਹੜੇ ਗੁਣਜ ਆਪਾਂ ਕੀਤੇ ਸੀ ਤਾਂ 3 ਦੇ ਜਿਹੜੇ ਗੁਣਜ ਹੋਣਗੇ ਉਹ ਸਾਰੇ ਹੀ ਭਾਜ ਹੋਣਗੇ, ਉਹ 3 ਤੇ ਭਾਗ ਹੋ ਜਾਣਗੇ। ਤਾਂ ਇੱਕ ਗੱਲ ਜਿਹੜੀ ਛੋਟੀ ਜੀ ਤੁਸੀਂ ਯਾਦ ਰੱਖਣੀ ਹੈ ਕਿ ਆਪਾਂ ਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕੋਈ ਸੰਖਿਆ 3 ਨਾਲ ਭਾਗ ਹੁੰਦੀ ਹੈ ਜਾਂ ਨਹੀਂ। ਜੇਕਰ ਮੈਂ ਲਿਖਾਂ ਕਿ 123 ਦੱਸੋ ਇਹ 3 ਤੇ ਭਾਗ ਹੁੰਦਾ ਹੈ ਜਾਂ ਨਹੀਂ, ਤਾਂ ਇਸ ਦਾ ਕੀ ਤਰੀਕਾ ਹੈ? ਤੁਸੀਂ ਕੀ ਕਰਨਾ ਹੈ, ਆ ਜਿਹੜੀ 123 ਸੰਖਿਆ ਹੈ ਇਸ ਦੇ ਅੰਕਾਂ ਦਾ ਜੋੜ ਕਰ ਲੈਣਾ ਹੈ। ਜੇਕਰ ਇਸ ਦੇ ਅੰਕਾਂ ਦਾ ਜੋੜ 3 ਤੇ ਭਾਗ ਹੋ ਜਾਂਦਾ ਹੈ ਤਾਂ ਇਹ ਸੰਖਿਆ ਵੀ 3 ਤੇ ਭਾਗ ਹੋ ਜਾਏਗੀ। ਤਾਂ ਦੇਖੋ 3 ਤੇ 2 5 ਤੇ 1 6 ਇਹਨਾਂ ਦਾ ਜਿਹੜਾ ਜੋੜ ਬਣਦਾ ਹੈ ਉਹ ਕਿੰਨਾ ਬਣਦਾ ਹੈ? 6 ਬਣਦਾ ਹੈ। ਤਾਂ 6 ਜਿਹੜਾ ਹੈ ਉਹ 3 ਤੇ ਭਾਗ ਹੋ ਜਾਂਦਾ ਹੈ। ਤਾਂ ਇਸ ਵਾਸਤੇ 123 ਜਿਹੜੀ ਸੰਖਿਆ ਹੈ ਉਹ 6 ਤੇ ਭਾਗ ਹੋ ਜਾਏਗੀ। ਤਾਂ ਇਹ ਸੀ 3 ਦੀ ਡਿਵੀਜ਼ੀਬਿਲਟੀ ਦੀ ਕੰਡੀਸ਼ਨ। ਤਾਂ ਆਪਾਂ ਹੁਣ ਇਹਦੇ ਵਿੱਚੋਂ ਉਹ ਸੰਖਿਆਵਾਂ ਲੱਭਾਂਗੇ ਜਿਹੜੀਆਂ 3 ਤੇ ਭਾਗ ਹੋ ਜਾਂਦੀਆਂ ਹਨ ਕਿਉਂਕਿ ਉਹ ਤਾਂ ਭਾਜ ਸੰਖਿਆਵਾਂ ਹੋਣਗੀਆਂ। ਤਾਂ 3 ਤੇ ਭਾਗ ਹੋਣ ਵਾਲੀਆਂ ਸੰਖਿਆਵਾਂ ਦੇਖੋ ਕਿਹੜੀਆਂ ਆਪਾਂ ਇੱਥੋਂ ਲੱਗਦੇ ਹਾਂ। 3 ਤੋਂ ਬਾਅਦ 6 ਸੀ ਉਹ ਪਹਿਲਾਂ ਹੀ ਕ੍ਰੋਸ ਕਰਤੀ, 9 3 ਤੇ ਭਾਗ ਹੋ ਜਾਂਦੀ ਹੈ। ਇੱਧਰੋਂ ਦੇਖੋ 13 ਨਹੀਂ ਹੁੰਦੀ, 15 3 ਦੇ ਪਹਾੜੇ ਤੇ ਆਉਂਦਾ ਹੈ, 17 ਨਹੀਂ ਆਉਂਦਾ, 19 ਨਹੀਂ ਆਉਂਦਾ। ਅੱਗੇ ਦੇਖੋ 21 3 ਦੇ ਪਹਾੜੇ ਤੇ ਆਉਂਦਾ ਹੈ, 3 7 21 ਇਹ ਵੀ 3 ਤੇ ਭਾਗ ਹੋ ਜਾਊਗੀ। 23 ਨਹੀਂ ਆਉਂਦਾ, 25 ਨਹੀਂ ਆਉਂਦਾ, 27 3 ਦੇ ਪਹਾੜੇ ਤੇ ਆਉਂਦਾ ਹੈ, 3 ਹੈ 27, 29 ਨਹੀਂ ਆਉਂਦਾ। ਠੀਕ ਹੈ ਜੀ। ਉਸ ਤੋਂ ਬਾਅਦ 31 ਨਹੀਂ ਆਉਂਦਾ, 33 ਦੇਖੋ 3 ਤੇ 3 ਕਿੰਨੇ ਹੋ ਗਏ? 6 ਜਿਹੜਾ ਹੈ ਉਹ 3 ਤੇ ਭਾਗ ਹੋ ਜਾਂਦਾ ਹੈ, ਇਸ ਲਈ ਇਹ 33 ਵੀ 3 ਤੇ ਭਾਗ ਹੋ ਜਾਏਗਾ। 35 5 ਤੇ 3 8 ਇਹ ਨਹੀਂ ਹੋਊਗਾ, 7 ਤੇ 3 10 ਇਹ ਵੀ 3 ਤੇ ਭਾਗ ਨਹੀਂ ਹੋਊਗਾ, 3 ਤੇ 9 12 ਇਹ ਵੀ 3 ਤੇ ਭਾਗ ਹੋ ਜਾਏਗਾ ਕਿਉਂਕਿ 12 ਭਾਗ ਹੋ ਜਾਂਦਾ ਹੈ, ਇਹ ਵੀ 3 ਤੇ ਭਾਗ ਹੋ ਜਾਏਗਾ। ਉਸ ਤੋਂ ਬਾਅਦ 41 43 4 ਤੇ 3 7 ਨਹੀਂ ਹੋਊਗਾ, 5 ਤੇ 4 9 ਆ 3 ਤੇ ਭਾਗ ਹੋ ਜਾਊਗਾ। 9 ਕਿਉਂਕਿ ਇਹਨਾਂ ਦਾ ਜੋੜ ਜਿਹੜਾ ਹੈ 9 ਬਣਦਾ ਹੈ, ਇਹ 3 ਤੇ ਭਾਗ ਹੋ ਜਾਊਗਾ। 7 4 11 ਨਹੀਂ ਹੋਊਗਾ, 9 4 13 3 ਤੇ ਭਾਗ ਨਹੀਂ ਹੋਊਗਾ। ਉਸ ਤੋਂ ਬਾਅਦ ਆ ਜਾਓ ਇੱਧਰ 5 ਤੇ 1 6 3 ਤੇ ਭਾਗ ਹੋ ਜਾਂਦਾ ਤਾਂ 51 ਵੀ 3 ਤੇ ਭਾਗ ਹੋ ਜਾਏਗਾ। ਉਸ ਤੋਂ ਬਾਅਦ 5 ਤੇ 3 8 ਨਹੀਂ ਭਾਗ ਹੋਏਗਾ, 5 ਤੇ 5 10 ਨਹੀਂ ਹੋਏਗਾ, 7 5 12 ਜਿਹੜਾ ਹੈ 3 ਤੇ ਭਾਗ ਹੋ ਜਾਂਦਾ, 57 ਵੀ 3 ਤੇ ਭਾਗ ਹੋ ਜਾਊਗਾ। ਉਸ ਤੋਂ ਬਾਅਦ 59 9 5 14 ਨਹੀਂ ਆਉਂਦਾ 3 ਤੇ ਪਹਾੜੇ ਤੇ। ਉਸ ਤੋਂ ਬਾਅਦ 6 ਤੇ 1 7 ਨਹੀਂ ਆਉਂਦਾ, 6 ਤੇ 3 9 ਜਿਹੜਾ ਹੈ ਉਹ 3 ਦੇ ਪਹਾੜੇ ਤੇ ਭਾਗ ਹੋ ਜਾਂਦਾ, ਇਸ ਲਈ 63 ਵੀ ਭਾਗ ਹੋ ਜਾਊਗਾ। 65 6 5 11 ਨਹੀਂ, 7 6 13 ਨਹੀਂ ਭਾਗ ਹੁੰਦਾ, 9 ਤੇ 6 15 9 ਤੇ 6 15 ਜਿਹੜਾ ਹੈ ਉਹ 3 ਦੇ ਪਹਾੜੇ ਤੇ ਭਾਗ ਹੋ ਜਾਂਦਾ ਹੈ। ਉਸ ਤੋਂ ਬਾਅਦ 69 ਵੀ ਹੋ ਜਾਊਗਾ, 7 ਤੇ 1 8 3 ਦੇ ਪਹਾੜੇ ਤੇ ਨਹੀਂ ਆਉਂਦਾ। ਉਸ ਤੋਂ ਬਾਅਦ 7 ਤੇ 3 10 3 ਦੇ ਪਹਾੜੇ ਤੇ ਨਹੀਂ ਆਉਂਦਾ, 7 5 12 ਇਹ ਵੀ 3 ਤੇ ਭਾਗ ਹੋ ਜਾਊਗਾ, 7 7 14 ਇਹ ਨਹੀਂ ਹੋਊਗਾ, 9 7 16 ਇਹ ਵੀ 3 ਤੇ ਭਾਗ ਨਹੀਂ ਹੋਊਗਾ। ਉਸ ਤੋਂ ਬਾਅਦ ਇਸ ਲਾਈਨ 'ਚ ਆਈ 8 ਤੇ 9 ਤਾਂ ਇਹ ਵੀ 3 ਤੇ ਭਾਗ ਹੋ ਜਾਊਗਾ, 8 ਤੇ 3 11 ਨਹੀਂ ਹੋਊਗਾ, 8 ਤੇ 5 13 ਇਹ ਵੀ ਨਹੀਂ ਹੋਊਗਾ, 8 7 15 ਇਹ ਹੋ ਜਾਊਗਾ। ਠੀਕ ਹੈ ਜੀ। 9 ਤੇ 8 17 ਇਹ ਵੀ 3 ਤੇ ਭਾਗ ਨਹੀਂ ਹੋਊਗਾ। ਉਸ ਤੋਂ ਬਾਅਦ 91 'ਚ ਵੇਖੋ 9 ਤੇ 1 10 9 ਤੇ 3 12 93 3 ਤੇ ਭਾਗ ਹੋ ਜਾਊਗਾ। 95 9 ਤੇ 5 14 ਨਹੀਂ ਹੋਊਗਾ, 9 ਤੇ 7 16 ਇਹ ਵੀ ਨਹੀਂ ਹੋਊਗਾ, 9 ਤੇ 9 18 3 ਤੇ ਭਾਗ ਹੋ ਜਾਂਦਾ ਇਸ ਵਾਸਤੇ। ਤਾਂ ਇਹ ਸੀ 3 ਦੇ ਜਿਹੜੇ ਗੁਣਜ ਸੀ ਉਹ ਵੀ ਆਪਾਂ ਕੱਟਤੇ ਜਿਹੜੇ ਭਾਜ ਸੰਖਿਆਵਾਂ ਸਨ। 3 ਤੋਂ ਬਾਅਦ ਦੇਖੋ 5 ਦੇ ਜਿਹੜੇ ਗੁਣਜ ਹਨ ਜਿਹੜੇ 5 ਦੇ ਪਹਾੜੇ ਤੇ ਆਉਂਦੇ ਹਨ ਆਪਾਂ ਉਹ ਵੀ ਪਹਿਲਾਂ ਮੈਨੂੰ ਲੱਗਦਾ ਹੈ ਸਾਰੇ ਕੱਟ ਚੁੱਕੇ ਹਾਂ। ਕੁਝ ਥੋੜੇ ਬਹੁਤੇ ਬਚੇ ਹੋਣਗੇ ਜਿਹੜੇ 5 ਦੇ ਪਹਾੜੇ ਵਾਲੇ ਹੋਣਗੇ, ਉਹ ਕਿਹੜੇ ਕਿਹੜੇ ਹਨ? ਦੇਖੋ ਇਸ ਲਾਈਨ ਦੇ ਵਿੱਚੋਂ ਤਾਂ ਕੋਈ ਵੀ ਨਹੀਂ ਹੈ, ਇਸ ਲਾਈਨ ਦੇ ਵਿੱਚੋਂ 25 ਬਚਿਆ ਹੈ,
ਆ ਦੇਖੋ ਆ 5 ਵਾਲੇ ਆ ਸਾਰੇ, ਆ ਸਾਰੇ 5 ਵਾਲੇ ਹੋਣਗੇ। ਜਿਨ੍ਹਾਂ ਦੇ ਪਿੱਛੇ 5 ਲੱਗਿਆ ਹੋਏਗਾ ਜਾਂ ਜਿਹਦੇ ਪਿੱਛੇ 0 ਲੱਗੀ ਹੋਏਗੀ ਉਹ 5 ਤੇ ਭਾਗ ਹੋ ਜਾਊਗਾ। ਤਾਂ 25 5 ਤੇ ਭਾਗ ਹੋ ਜਾਂਦਾ, 35 ਵੀ 5 ਤੇ ਭਾਗ ਹੋ ਜਾਂਦਾ, 55 ਵੀ ਹੋ ਜਾਂਦਾ, 65 ਵੀ ਹੋ ਜਾਂਦਾ, 85 ਵੀ ਹੋ ਜਾਂਦਾ ਤੇ 95 ਵੀ 5 ਤੇ ਭਾਗ ਹੋ ਜਾਂਦਾ, ਕਿਉਂਕਿ ਸਾਰਿਆਂ ਦੇ ਪਿੱਛੇ 5 5 ਹੈ। ਜਿਹੜੀ ਸੰਖਿਆ ਦੇ ਪਿੱਛੇ ਵੀ 5 ਹੋਏਗਾ ਉਹ 5 ਤੇ ਭਾਗ ਜ਼ਰੂਰ ਹੋਏਗੀ, ਤੇ ਜਿਹੜੀ ਸੰਖਿਆ ਦੇ ਪਿੱਛੇ 0 ਹੋਊਗਾ ਉਹ ਸੰਖਿਆ ਵੀ 5 ਤੇ ਭਾਗ ਹੋ ਜੂਗੀ। ਤਾਂ 0 ਵਾਲੇ ਤਾਂ ਪਹਿਲਾਂ ਹੀ ਕੱਟੇ ਪਏ ਆ, ਠੀਕ ਹੈ ਜੀ। ਉਸ ਤੋਂ ਬਾਅਦ 5 ਵੀ ਹੋ ਗਿਆ, ਦੇਖੋ 2 ਨੂੰ ਵੀ ਚੈੱਕ ਕਰ ਲਿਆ, 3 ਨੂੰ ਵੀ ਕਰ ਲਿਆ, 5 ਨੂੰ ਵੀ ਕਰ ਲਿਆ। ਹੁਣ ਆਪਾਂ 7 ਨੂੰ ਚੈੱਕ ਕਰਦੇ ਹਾਂ ਬਸ। ਹਾਂਜੀ 7 ਤੇ ਦੇਖਦੇ ਹਾਂ ਹੁਣ ਆਪਾਂ ਸੰਖਿਆਵਾਂ ਅੱਗੇ ਵੀ 7 ਤੇ ਭਾਗ ਹੋਣ ਵਾਲੀਆਂ ਸੰਖਿਆਵਾਂ ਕਿਹੜੀਆਂ। ਤਾਂ ਦੇਖੋ ਤਾਂ 7 ਤਾਂ ਪਹਿਲਾਂ ਹੀ ਆਪਾਂ ਰਾਊਂਡ ਲਗਾਇਆ ਹੋਇਆ। ਉਸ ਤੋਂ ਬਾਅਦ ਦੇਖੋ 7 ਤੇ ਭਾਗ ਹੋਣ ਵਾਲੀਆਂ ਸੰਖਿਆਵਾਂ ਇਸ ਲਾਈਨ 'ਚ ਕੋਈ ਵੀ ਨਹੀਂ। 7 ਦੂਣੀ 14, 7 ਤੀਆ 21, 7 ਚੌਕੇ 28, 7 ਪੰਜਾਂ 35, 7 ਛਿਕ 42 ਪਹਿਲਾਂ ਹੀ ਕੱਟਿਆ ਪਿਆ। 7 7 49, ਤਾਂ 49 ਜਿਹੜਾ ਰਹਿੰਦਾ ਸੀ ਕੱਟਣ ਵਾਲਾ, 7 7 49। ਉਸ ਤੋਂ ਬਾਅਦ 8 7 56, 9 7 63 ਤੇ 10 7 70, ਤਾਂ 10 ਤੱਕ ਕੱਟੀ ਗਈਆਂ। ਉਸ ਤੋਂ ਬਾਅਦ 11 7 77, ਤਾਂ 77 ਵੀ ਇੱਥੇ ਹੈਗਾ, ਦੇਖੋ 11 7 77 ਹੁੰਦਾ ਨਾ। ਉਸ ਤੋਂ ਬਾਅਦ 12 7 84, 84 ਵੀ ਕੱਟਿਆ ਪਿਆ। 13 7 91, ਤਾਂ ਉਸ ਤੋਂ ਬਾਅਦ ਦੇਖੋ 91 91 ਨਹੀਂ ਕੱਟੀ ਜਾ, ਇਹਨੂੰ ਵੀ ਕੱਟਣਾ ਹੈ। ਤਾਂ 13 7 91, 14 7 98 98 ਵੀ ਕੱਟੀ ਗਿਆ, ਤੇ 15 7 105, ਇਹ ਤਾਂ 100 ਤੋਂ ਅੱਗੇ ਚਲਾ ਗਿਆ। ਤਾਂ 7 ਵਾਲੀਆਂ ਸੰਖਿਆਵਾਂ ਵੀ ਆਪਾਂ ਕੱਟਤੀਆਂ। ਤਾਂ ਹੁਣ ਦੇਖੋ ਜਿਹੜੀਆਂ ਬਾਕੀ ਸੰਖਿਆਵਾਂ ਰਹਿ ਗਈਆਂ ਉਹ ਸਾਰੀਆਂ ਜਿੰਨੀਆਂ ਵੀ ਰਹਿ ਗਈਆਂ ਉਹ ਸਾਰੀਆਂ ਅਭਾਜ ਸੰਖਿਆਵਾਂ ਹਨ, ਪਰ ਇੱਕ ਨੂੰ ਛੱਡ ਕੇ। ਦੇਖੋ ਇੱਕ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇੱਕ ਜਿਹੜਾ ਹੈ ਉਹ ਨਾ ਭਾਜ ਹੈ ਤੇ ਨਾ ਅਭਾਜ। ਇਹਨੂੰ ਆਪਾਂ ਅਲੱਗ ਤੋਂ ਇੱਕ ਬਾਕਸ ਦੇ ਵਿੱਚ ਬੰਦ ਕਰ ਲੈਂਦੇ ਹਾਂ ਵੀ ਇੱਕ ਇਹਨਾਂ ਅਭਾਜ ਸੰਖਿਆਵਾਂ ਦੀ ਗਿਣਤੀ ਵਿੱਚ ਨਹੀਂ ਆਉਂਦਾ। ਹੁਣ ਜਿਹੜੀਆਂ ਵੀ ਅਭਾਜ ਸੰਖਿਆਵਾਂ ਨੇ ਆਪਾਂ ਉਹਨਾਂ ਨੂੰ ਰਾਊਂਡ ਲਗਾ ਲੈਂਦੇ ਹਾਂ। ਦੇਖੋ ਇਹਦੇ ਇਸ ਲਾਈਨ ਦੇ ਵਿੱਚ 11 13 17 ਤੇ 19, ਉਸ ਤੋਂ ਬਾਅਦ 23 ਤੇ 29 31 37 ਤੇ ਇੱਧਰੋਂ 47 41 53 59 61 67 79 73 71 83 99 ਤੇ ਇੱਧਰੋਂ ਦੇਖੋ ਕੱਲਾ 97। ਤਾਂ ਇਹ ਸਾਰੀਆਂ ਜਿਹੜੀਆਂ ਸੰਖਿਆਵਾਂ ਹਨ ਇਹ ਸਾਰੀਆਂ ਸੰਖਿਆਵਾਂ ਅਭਾਜ ਸੰਖਿਆਵਾਂ ਹਨ। ਇੱਕ ਮੈਂ ਹੋਰ ਛੋਟੀ ਜਿਹੀ ਟ੍ਰਿਕ ਦੱਸਦਾ ਹਾਂ। ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਦੇਖੋ 61 ਤੋਂ ਲੈ ਕੇ 70 ਦੇ ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ, ਜਾਂ ਤੁਹਾਨੂੰ ਪੁੱਛਿਆ ਜਾਂਦਾ ਹੈ 91 ਤੋਂ ਲੈ ਕੇ 100 ਦੇ ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ, ਆਪਾਂ ਵੈਸੇ ਵੀ ਇਸ ਚੀਜ਼ ਨੂੰ ਚੈੱਕ ਕਰ ਸਕਦੇ ਹਾਂ ਕਿ ਆਪਾਂ ਜਿਹੜੀਆਂ ਅਭਾਜ ਸੰਖਿਆਵਾਂ ਕੱਢੀਆਂ ਹਨ ਉਹ ਸਹੀ ਹਨ ਜਾਂ ਉਹਨਾਂ ਵਿੱਚ ਕੋਈ ਗਲਤੀ ਰਹਿ ਗਈ, ਜਾਂ ਆਪਾਂ ਕੋਈ ਜ਼ਿਆਦਾ ਸੰਖਿਆ ਤਾਂ ਨਹੀਂ ਕੱਟ ਬੈਠੇ। ਤਾਂ ਦੇਖੋ ਇੱਕ ਟ੍ਰਿਕ ਹੈ ਛੋਟੀ ਜਿਹੀ ਜਿਹਨੂੰ ਤੁਸੀਂ ਯਾਦ ਰੱਖਣਾ ਹੈ, ਜਿਹੜੀ ਤੁਹਾਡੀ ਅਭਾਜ ਸੰਖਿਆਵਾਂ ਨਾਲ ਸੰਬੰਧਿਤ ਹੈ। ਦੇਖੋ ਕੀ ਟ੍ਰਿਕ ਹੈ। ਪਹਿਲੀ ਲਾਈਨ ਤੋਂ ਹੀ ਆਪਾਂ ਸ਼ੁਰੂ ਹੋ ਜਾਣਾ ਹੈ। ਤੁਸੀਂ ਇੱਕ ਜੋ ਮੈਂ ਲਿਖਣ ਲੱਗਿਆ ਉਸ ਨੂੰ ਯਾਦ ਰੱਖਣਾ ਹੈ। ਦੇਖੋ ਕੀ ਟ੍ਰਿਕ ਹੈ। ਦੇਖੋ ਟ੍ਰਿਕ ਹੈ 4 4 2 2 3, ਠੀਕ ਹੈ 4 4 2 2 3, ਤੇ ਅੱਗੇ ਤੁਸੀਂ ਕੀ ਲਿਖਣਾ ਹੈ 2 2 3 2 1। ਤਾਂ ਇਹ ਟ੍ਰਿਕ ਹੈ। ਇਸ ਨੂੰ 4-5 ਵਾਰ ਤੁਸੀਂ ਜਦੋਂ ਪੜ੍ਹੋਗੇ, 2 ਹਿੱਸਿਆਂ 'ਚ ਵੰਡ ਕੇ ਪੜ੍ਹਨਾ। ਤੁਸੀਂ ਦੇਖੋ ਕਿਵੇਂ 4 4 2 2 3 ਆ ਇੱਕ ਹਿੱਸਾ ਹੋ ਗਿਆ। ਦੂਸਰੇ ਹਿੱਸੇ ਨੂੰ ਕੀ ਪੜ੍ਹਨਾ 2 2 3 2 1। ਤਾਂ ਇਹ ਇੱਕ ਟ੍ਰਿਕ ਹੈ। ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਕਿ ਕਿਹੜੀ ਲਾਈਨ 'ਚ ਕਿੰਨੀਆਂ ਅਭਾਜ ਸੰਖਿਆਵਾਂ ਹਨ। ਤਾਂ ਦੇਖੋ ਆਪਾਂ ਜਿਹੜੀ ਟ੍ਰਿਕ ਹੈ ਲਗਾਈ ਹੈ ਉਹ ਦੇਖੋ ਆਪਣਾ ਸਹੀ ਬੈਠਦੀ ਹੈ ਜਾਂ ਨਹੀਂ ਬੈਠਦੀ। ਇਸ ਲਾਈਨ ਦੇ ਵਿੱਚ 4 ਸੰਖਿਆਵਾਂ ਹੋਣਗੀਆਂ। ਤਾਂ ਦੇਖੋ 4 ਰਾਊਂਡ ਲੱਗੇ ਹੋਣਗੇ 1 2 3 4। ਉਸ ਤੋਂ ਬਾਅਦ ਦੇਖੋ ਇਸ ਲਾਈਨ ਦੇ ਵਿੱਚ ਵੀ 4 ਹੋਣਗੀਆਂ 1 2 3 4, ਆ 4 ਲਿਖਿਆ। ਇਸ ਲਾਈਨ 'ਚ 2 ਹੋਣਗੀਆਂ ਤਾਂ 1 2, ਉੱਥੇ ਇਸ ਲਾਈਨ 'ਚ ਵੀ 2 ਹੋਣਗੀਆਂ, ਆ 2 ਹੈਗੀਆਂ। ਇਸ ਲਾਈਨ ਦੇ ਵਿੱਚ ਕਿੰਨੀਆਂ ਹੋਣਗੀਆਂ 3 ਹੋਣਗੀਆਂ 1 2, ਤੇ ਆ ਦੇਖੋ ਹੁਣ ਗਲਤੀ ਪਕੜੀ ਗਈ। ਆ ਇਹਦੇ ਤੇ ਆਪਾਂ ਰਾਊਂਡ ਲਾਣਾ ਭੁੱਲ ਗਏ 43 ਤੇ, ਤਾਂ 43 3 ਹੋ ਗਏ ਪੂਰੇ। ਚਲੋ ਜੀ ਇਸ ਤਰ੍ਹਾਂ ਦੀਆਂ ਗਲਤੀਆਂ ਜਿਹੜੀਆਂ ਹੈ ਉਹ ਆਪਣੇ ਕੋਲੋਂ ਨਹੀਂ ਹੋਣਗੀਆਂ। ਤਾਂ ਉਸ ਤੋਂ ਬਾਅਦ ਦੇਖੋ ਅਗਲੀ ਲਾਈਨ ਦੇ ਵਿੱਚ 2 ਰਾਊਂਡ ਪੂਰੇ ਹੈ। ਅਗਲੀ ਜਿਹੜੀ ਲਾਈਨ ਆ ਉਹਦੇ ਵਿੱਚ 2 ਸੰਖਿਆਵਾਂ ਹੋਣਗੀਆਂ 1 ਤੇ 2। ਉਸ ਤੋਂ ਅਗਲੀ ਦੇ ਵਿੱਚ 3 ਸੰਖਿਆਵਾਂ ਹੋਣਗੀਆਂ 1 2 ਤੇ 3। ਉਸ ਤੋਂ ਅਗਲੀ ਜਿਹੜੀ ਲਾਈਨ ਆ ਉਹਦੇ ਵਿੱਚ 2 ਸੰਖਿਆਵਾਂ ਹੋਣਗੀਆਂ 1 ਤੇ 2, ਤੇ ਜਿਹੜੀ ਲਾਸਟ ਵਾਲੀ ਲਾਈਨ ਹੈ ਉਸ ਵਿੱਚ 1 ਹੀ ਰਾਊਂਡ ਲੱਗਿਆ ਹੈ, ਤਾਂ 1 ਹੀ ਸੰਖਿਆ ਹੈ। ਜਦੋਂ ਤੁਸੀਂ ਇਹਨਾਂ ਨੂੰ ਕਾਊਂਟ ਕਰੋਗੇ ਤਾਂ ਕਾਊਂਟਿੰਗ ਇੰਨੀ ਨਿਕਲੂਗੀ, ਤਾਂ ਇਹ ਟੋਟਲ ਕੀ ਬਣੂਗਾ ਇਹਦਾ 25। ਤਾਂ 1 ਤੋਂ ਲੈ ਕੇ 100 ਤੱਕ ਦੀਆਂ ਜਦੋਂ ਤੁਸੀਂ ਅਭਾਜ ਸੰਖਿਆਵਾਂ ਦੀ ਗਿਣਤੀ ਕਰੋਗੇ ਤਾਂ ਉਹਨਾਂ ਦੀ ਗਿਣਤੀ ਆਊਗੀ 25। ਤਾਂ ਇਹੀ ਤੁਹਾਡਾ ਜਿਹੜਾ ਹੈ ਉਹ ਕੱਲ ਦਾ ਹੋਮਵਰਕ ਰਹੇਗਾ ਕਿ ਇਸ ਟੇਬਲ ਨੂੰ ਤੁਸੀਂ ਦੁਬਾਰਾ ਇਸੇ ਤਰੀਕੇ ਨਾਲ ਹੀ ਬਣਾਉਣਾ ਹੈ ਤੇ ਅਭਾਜ ਸੰਖਿਆਵਾਂ ਨੂੰ ਭਾਲਣਾ ਹੈ। ਤਾਂ ਅਭਾਜ ਸੰਖਿਆਵਾਂ ਤੇ ਭਾਜ ਸੰਖਿਆਵਾਂ ਬਾਰੇ ਕੁਝ ਗੱਲਾਂ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਹਨ ਉਹ ਕੀ ਹਨ, ਉਹ ਆਪਾਂ ਗੱਲਬਾਤ ਕਰਨ ਲੱਗੇ ਹਾਂ। ਤਾਂ ਉਹਨਾਂ ਨੂੰ ਧਿਆਨ ਨਾਲ ਸੁਣਨਾ।
ਤਾਂ ਜੇਕਰ ਮੈਂ ਸਾਰੇ ਟੇਬਲ ਨੂੰ ਧਿਆਨ ਨਾਲ ਦੇਖਾਂ ਤਾਂ ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੈ? ਤਾਂ ਬਿਲਕੁਲ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਵੀ ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੈ? 2 ਹੈ। ਠੀਕ ਹੈ, ਪਹਿਲੀ ਗੱਲ ਹੈ ਇਹ। ਦੂਸਰੀ ਗੱਲ 2 ਨਾਲ ਸੰਬੰਧਿਤ ਹੀ ਹੈ। ਦੂਸਰੀ ਗੱਲ ਵੀ ਇੱਕੋ ਇੱਕ ਜਿਸਤ ਸੰਖਿਆ ਹੈ 2 ਜਿਹੜੀ ਅਭਾਜ ਹੈ। ਬਾਕੀ ਸਾਰੀਆਂ ਅਭਾਜ ਸੰਖਿਆਵਾਂ ਦੇਖੋ ਇਹ ਟਾਂਕ ਹਨ। ਜਿਸਤ ਸੰਖਿਆ ਇੱਕੋ ਹੀ ਹੈ 2 ਜਿਹੜੀ ਅਭਾਜ ਹੈ। ਅਭਾਜ ਜਿਸਤ ਸੰਖਿਆ ਕਿਹੜੀ ਹੈ? 2। ਤਾਂ ਪਹਿਲੀ ਸੰਖਿਆ ਵੀ 2 ਹੈ ਅਭਾਜ ਤੇ ਪਹਿਲੀ ਜਿਸਤ ਅਭਾਜ ਵੀ 2 ਹੀ ਹੈ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਭਾਜ ਸੰਖਿਆਵਾਂ ਦੀ, ਤਾਂ ਜਿਹੜੀ ਪਹਿਲੀ ਭਾਜ ਸੰਖਿਆ ਹੈ ਉਹ ਕਿਹੜੀ ਹੈ? ਆ ਵੀ ਨਹੀਂ ਹੈਗੀ, ਆ ਵੀ ਨਹੀਂ ਹੈਗੀ, ਆ ਵੀ ਨਹੀਂ ਹੈਗੀ। ਜਿਹਦੇ ਤੇ ਪਹਿਲਾ ਕਰੋਸ ਲੱਗਿਆ ਹੈ ਉਹ ਪਹਿਲੀ ਭਾਜ ਸੰਖਿਆ ਹੈ। ਮਤਲਬ ਇੱਥੇ ਕੀ ਲਿਖਿਆ ਹੈ? 4। ਤਾਂ ਪਹਿਲੀ ਭਾਜ ਸੰਖਿਆ ਕਿਹੜੀ ਹੈ? 4 ਹੈ। ਤਾਂ ਇਹ ਸੀ ਛੋਟੀਆਂ ਛੋਟੀਆਂ ਕੁਝ ਗੱਲਾਂ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ। ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਵੀਡੀਓ ਨੂੰ ਇੰਨੇ ਪਿਆਰ ਨਾਲ ਦੇਖਣ ਤੇ ਤੁਹਾਡਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ।